ਗੁੱਡ ਮਾਰਨਿੰਗ ਪਿਆਰੇ ਬੱਚਿਓ, ਤੁਸੀਂ ਸਭ ਕਿਵੇਂ ਹੋ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਘਰ ਵਿੱਚ ਠੀਕ ਹੀ ਹੋਵੋਗੇ। ਕਰੋਨਾ ਵਾਇਰਸ ਦੇ ਕਾਰਨ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਕੋਈ ਵੀ ਘਰ ਤੋਂ ਬਾਹਰ ਨਾ ਜਾਓ। ਮੂੰਹ 'ਤੇ ਮਾਸਕ ਲਗਾ ਕੇ ਰੱਖੋ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਵੋ। ਜਦੋਂ ਵੀ ਕਿਤੇ ਬਾਹਰ ਜਾਓ ਤਾਂ ਤੁਸੀਂ ਘੱਟ ਤੋਂ ਘੱਟ 1 ਮੀਟਰ ਦੀ ਦੂਰੀ ਰੱਖੋ। ਸਾਰੇ ਬੱਚਿਆਂ ਦਾ ਪੰਜਾਬੀ ਦੀ ਜਮਾਤ ਵਿੱਚ ਸਵਾਗਤ ਹੈ। ਪਾਠ 9ਵਾਂ ਫਸਲਾਂ ਦੀ ਕਹਾਣੀ। ਬੱਚਿਓ, ਪਹਿਲਾਂ ਸੁਣੋ। ਸਾਡੀ ਕਹਾਣੀ ਬਹੁਤ ਪੁਰਾਣੀ ਹੈ। ਸਾਡੀ ਕਹਾਣੀ ਸੱਚ ਮੰਨੋ ਤਾਂ ਅਸੀਂ ਹੀ ਤੁਹਾਡੀ ਮਨੁੱਖੀ ਸਭਿਅਤਾ ਦੇ ਬੀਜ ਬੀਜੇ ਹਨ, ਨਹੀਂ ਤਾਂ ਤੁਹਾਡੇ ਪੁਰਖੇ ਕੀ ਸਨ। ਸਿਰਫ ਆਦਿ ਮਨੁੱਖ ਹੀ ਨਾ। ਲਗਭਗ 1 ਲੱਖ ਸਾਲ ਪੁਰਾਣੀ ਗੱਲ ਹੈ। ਤੁਹਾਡੇ ਪੁਰਖੇ ਉਦੋਂ ਗੁਫਾਵਾਂ ਵਿੱਚ ਰਹਿੰਦੇ ਸਨ। ਭੋਜਨ ਲਈ ਥਾਂ-ਥਾਂ 'ਤੇ ਭਟਕਦੇ ਰਹਿੰਦੇ ਸਨ। ਚਾਰੇ ਪਾਸੇ ਸੰਘਣੇ ਜੰਗਲ ਅਤੇ ਉਹਨਾਂ ਜੰਗਲਾਂ ਵਿੱਚ ਸੀ ਜੰਗਲੀ ਜਾਨਵਰ, ਹਰੇ ਭਰੇ ਦਰਖਤ, ਘਾਹ, ਲੰਮੀਆਂ ਵੇਲਾਂ ਅਤੇ ਝਾੜੀਆਂ ਆਦਿ। ਭੁੱਖ ਲੱਗਦੀ ਤਾਂ ਤੁਹਾਡੇ ਪੁਰਖੇ ਆਦਿ ਮਨੁੱਖ ਭੋਜਨ ਦੀ ਲਾਭ ਵਿੱਚ ਨਿਕਲੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਜਾਂ ਕੰਦਮੂਲ ਇਕੱਠਾ ਕਰ ਲਿਆਉਂਦੇ। ਇਹੀ ਉਹਨਾਂ ਦਾ ਭੋਜਨ ਸੀ। ਕੰਦਮੂਲ, ਕੱਚੇ ਫਲ ਫੁੱਲ ਅਤੇ ਮਾਂਸ। ਇੱਕ ਵਾਰ ਦੀ ਗੱਲ ਹੈ ਕਿ ਆਦਿ ਮਨੁੱਖ ਸ਼ਿਕਾਰ ਦੀ ਭਾਲ ਵਿੱਚ ਨਿਕਲਿਆ। ਗੁਫਾ ਵਿੱਚ ਉਸ ਦੀ ਪਤਨੀ ਅਤੇ ਬੱਚੇ ਹੀ ਸਨ। ਉਹ ਬਾਹਰ ਨਿਕਲੇ, ਹਵਾ ਵਿੱਚ ਲਹਿਰਾਉਂਦੇ ਘਾਹ ਨੂੰ ਵੇਖਿਆ। ਉਹ ਉਦੋਂ ਹੀ ਉਸ ਦੇ ਕੁਝ ਬੀਜ ਡਿੱਗ ਪਏ, ਜਿਨ੍ਹਾਂ ਨੂੰ ਉਹ ਆਪਣੀ ਗੁਫਾ ਵਿੱਚ ਲੈ ਗਏ। ਉੱਥੋਂ ਉਹਨਾਂ ਬੀਜਾਂ ਨੂੰ ਬਾਹਰ ਸੁੱਟ ਦਿੱਤਾ। ਮੀਂਹ ਪਿਆ, ਧਰਤੀ ਗਿੱਲੀ ਹੋ ਗਈ ਅਤੇ ਨਮੀ ਪਾ ਕੇ ਬੀਜ ਪੁੰਗਰਨੇ ਸ਼ੁਰੂ ਹੋ ਗਏ। ਫੁਟਾਰਾਂ ਹੌਲੀ-ਹੌਲੀ ਘਾਹ ਵਿੱਚ ਬਦਲ ਗਈਆਂ ਅਤੇ ਉਸ ਵਿੱਚ ਫੇਰ ਤੋਂ ਬੀਜ ਬਣ ਗਏ। ਉਹ ਬੀਜ ਫੇਰ ਝੜ ਗਏ। ਪਰਿਵਾਰ ਹੈਰਾਨੀ ਨਾਲ ਦੇਖਦਾ ਰਹਿ ਗਿਆ। ਉਹਨਾਂ ਫੇਰ ਤੋਂ ਬੀਜ ਇਕੱਠੇ ਕੀਤੇ ਤੇ ਧਰਤੀ ਵਿੱਚ ਦੱਬ ਦਿੱਤੇ। ਬੀਜ ਫੇਰ ਉੱਗ ਪਏ ਤੇ ਸਮਝੋ ਸਾਡਾ ਨਵਾਂ ਜਨਮ ਹੋ ਗਿਆ। ਸਾਡਾ ਮਤਲਬ ਫਸਲਾਂ ਦਾ। ਹਾਂ, ਸਾਡੇ ਵਿੱਚੋਂ ਕਈ ਫਸਲਾਂ ਨੂੰ ਇਸੇ ਤਰ੍ਹਾਂ ਤੁਹਾਡਾ ਪੁਰਖਿਆਂ ਨੇ ਪਾਲਤੂ ਬਣਾਇਆ ਹੈ। ਕਈ ਫਸਲਾਂ ਦੇ ਬੀਜ ਬੀਜੇ, ਕਈ ਫਸਲਾਂ ਦੀਆਂ ਜੜ੍ਹਾਂ ਲਗਾਈਆਂ। ਇਸ ਤਰ੍ਹਾਂ ਖੇਤੀ ਦਾ ਸ਼ੁਰੂਆਤ ਹੋ ਗਈ। ਘਾਹ ਫੂਸ ਸਾਫ਼ ਕਰਕੇ ਆਦਿ ਮਨੁੱਖ ਨੇ ਖੇਤ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਲੱਕੜ, ਪੱਥਰ ਜਾਂ ਜਾਨਵਰਾਂ ਦੇ ਸਿੰਗਾਂ ਨਾਲ ਉਹ ਸਾਡੇ ਬੀਜਾਂ ਨੂੰ ਬੀਜਣਾ ਲੱਗ ਪਿਆ। ਫਿਰ ਉਸ ਨੇ ਹੌਲੀ-ਹੌਲੀ ਹਲ ਦੀ ਖੋਜ ਕਰ ਲਈ। ਉਸ ਨੇ ਜੰਗਲੀ ਜਾਨਵਰਾਂ ਨੂੰ ਫੜ ਕੇ ਪਾਲਤੂ ਬਣਾਇਆ। ਉਹਨਾਂ ਨੇ ਖੇਤੀ ਦਾ ਕੰਮ ਕਰਾਉਣ ਲੱਗਿਆ। ਬਲਦ, ਘੋੜੇ ਅਤੇ ਗਧੇ ਉਸ ਦਾ ਹਲ ਖਿੱਚਣ ਲੱਗ ਪਏ। ਹੌਲੀ-ਹੌਲੀ ਖੇਤ ਵੱਧ ਗਏ। ਖੇਤੀ ਫੈਲਦੀ ਚਲੀ ਗਈ। ਉਸ ਨੂੰ ਲੋੜ ਪਈ ਕਾਫੀ ਅਨਾਜ ਪ੍ਰਾਪਤ ਹੋਣ ਲੱਗ ਪਿਆ। ਭੋਜਨ ਦਾ ਪ੍ਰਬੰਧ ਹੋ ਜਾਣ ਦਾ ਕਾਰਨ ਉਹ ਜੰਗਲਾਂ ਵਿੱਚ ਘਟ ਜਾਣ ਲੱਗ ਪਏ। ਦਰਿਆਵਾਂ ਦੇ ਕਿਨਾਰਿਆਂ ਵਾਲੀ ਜ਼ਮੀਨ 'ਤੇ ਬੀਜ ਵਧੀਆ ਉੱਗਦੇ ਸਨ ਤੇ ਭਰਪੂਰ ਉਪਜ ਹੁੰਦੀ। ਇਸ ਲਈ ਉਹ ਨਦੀ ਦੇ ਕਿਨਾਰਿਆਂ 'ਤੇ ਰਹਿਣ ਲੱਗ ਪਿਆ। ਕਈ ਪਰਿਵਾਰ ਨੇੜੇ-ਨੇੜੇ ਰਹਿਣ ਲੱਗ ਪਏ। ਹੌਲੀ-ਹੌਲੀ ਪਿੰਡ ਬਣ ਗਏ। ਬਸ ਇਹੀ ਸਮਝ
ਇਹ ਸਮਝੋ ਕਿ ਅੱਜ ਤੋਂ ਲਗਭਗ 1,20,000 ਤੋਂ 1 ਸਾਲ ਦੇ ਵਿਚਕਾਰ ਪਹਿਲਾਂ ਤੁਹਾਡੇ ਪੁਰਖਾਂ ਨੇ ਖੇਤੀ ਕਰਨੀ ਸਿੱਖੀ। ਇਸ ਨਵੀਂ ਖੋਜ ਨੇ ਉਸ ਨੂੰ ਖੁਸ਼ਹਾਲ ਬਣਾਇਆ ਅਤੇ ਉਸ ਨੂੰ ਸਭਿਅਤਾ ਦੇ ਰਾਹ 'ਤੇ ਅੱਗੇ ਵਧਾਇਆ। ਦਰਿਆਵਾਂ ਦੇ ਕਿਨਾਰਿਆਂ ਵਾਲੇ ਉਹ ਪਿੰਡ ਕਸਬਿਆਂ ਵਿੱਚ ਬਦਲ ਗਏ, ਕਸਬੇ ਨਗਰਾਂ ਵਿੱਚ ਬਦਲ ਗਏ ਅਤੇ ਮਨੁੱਖੀ ਸਭਿਅਤਾ ਦਾ ਵਿਕਾਸ ਹੋ ਗਿਆ। ਸਿੰਧੂ ਘਾਟੀ ਦੀ ਸਭਿਅਤਾ ਵਿਸ਼ਵ ਦੀ ਸਭ ਤੋਂ ਪੁਰਾਤਨ ਸਭਿਅਤਾ ਸੀ। ਸਿੰਧੂ ਘਾਟੀ ਦੇ ਵਿਸ਼ਵਾਸੀਆਂ ਨੇ ਸਾਡੀ ਖੇਤੀ ਕੀਤੀ। ਕਣਕ, ਜੌਂ, ਕਪਾਹ, ਤਿਲ, ਮਟਰ ਅਤੇ ਮਸਰਾਂ ਦੀ ਖੇਤੀ ਕੀਤੀ। ਉਹਨਾਂ ਨੇ ਹਾਥੀ, ਘੋੜੇ, ਗਾਂ, ਬਲਦ, ਭੇਡ, ਬੱਕਰੀਆਂ ਅਤੇ ਮੁਰਗੀਆਂ ਪਾਲੀਆਂ। ਮੋਹਿੰਜੋਦੜੋ ਅਤੇ ਹੜੱਪਾ ਵਰਗੇ ਨਗਰ ਵਸਾਏ। ਉਹਨਾਂ ਨਗਰਾਂ ਵਿੱਚ ਅਨਾਜ ਦੇ ਬਹੁਤ ਵੱਡੇ ਭੰਡਾਰ ਕਾਇਮ ਕੀਤੇ। ਇਹ ਅਨਾਜ ਨਗਰ ਦੇ ਕਾਰੀਗਰਾਂ, ਮਜ਼ਦੂਰਾਂ ਅਤੇ ਬਾਕੀ ਲੋਕਾਂ ਦੇ ਕੰਮ ਆਉਂਦਾ। ਉਹਨਾਂ ਨੇ ਬਲਦ ਗੱਡੀਆਂ ਵੀ ਬਣਾਈਆਂ, ਜਿਨ੍ਹਾਂ ਰਾਹੀਂ ਉਹ ਅਨਾਜ ਇੱਧਰ ਉੱਧਰ ਲੈ ਜਾਂਦੇ ਸਨ। ਸਾਡੀ ਜ਼ਿੰਦਗੀ ਲਈ ਉਹਨਾਂ ਬੰਨ੍ਹ ਅਤੇ ਨਹਿਰਾਂ ਵੀ ਬਣਵਾਈਆਂ। ਇਸ ਵੀਡੀਓ ਨੂੰ ਬਾਰ-ਬਾਰ ਦੇਖੋ, ਸੁਣੋ ਤੇ ਸਮਝੋ।